ਸਟੂਡੈਂਟਸ, ਅੱਜ ਅਸੀਂ ਆਪਣੀ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਤੀਸਰੀ ਪੋਇਮ ਮਾਈ ਨੇਟਿਵ ਲੈਂਡ ਕਰਨ ਜਾ ਰਹੇ ਹਾਂ। ਇਸ ਪੋਇਮ ਨੂੰ ਸਰ ਵਾਲਟਰ ਸਕੌਟ ਨੇ ਲਿਖਿਆ ਹੋਇਆ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤੁਹਾਡੀ ਇੰਗਲਿਸ਼ ਇਲੈਕਟਿਵ ਦੀ ਇੱਕ ਬੁੱਕ ਹੈ ਸਿਲੈਕਸ਼ਨਸ ਫਰੋਮ ਇੰਗਲਿਸ਼ ਵਰਸ, ਇਹ ਉਸ ਦੇ ਵਿੱਚ ਸ਼ਾਮਿਲ ਹੈ। ਇਸ ਤੋਂ ਪਹਿਲਾਂ ਅਸੀਂ 2 ਪੋਇਮਸ ਦੀ ਰੀਡਿੰਗ ਕਰ ਚੁੱਕੇ, ਅੱਜ ਤੀਸਰੀ ਪੋਇਮ ਦੀ ਰੀਡਿੰਗ ਸਟਾਰਟ ਕਰਨ ਲੱਗੇ ਹਾਂ। ਪੋਇਮ ਦਾ ਨਾਮ ਹੈ ਮਾਈ ਨੇਟਿਵ ਲੈਂਡ, ਜਿਸ ਨੂੰ ਕਿ ਸਰ ਵਾਲਟਰ ਸਕੌਟ ਨੇ ਲਿਖਿਆ। ਤਾਂ ਪਹਿਲਾਂ ਆਪਾਂ ਪੋਇਟ ਬਾਰੇ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ। ਸਰ ਵਾਲਟਰ ਸਕੌਟ ਸਕੌਟਿਸ਼ ਨਾਵਲਿਸਟ ਹੋਏ ਨੇ। ਸਕੌਟਿਸ਼ ਦਾ ਮਤਲਬ ਇੱਕ ਦੇਸ਼ ਹੈ ਜੀ, ਸਕਾਟਲੈਂਡ। ਮੈਂ ਪਹਿਲਾਂ ਵੀ ਦੱਸਿਆ ਕਿ ਇਹ ਬ੍ਰਿਟੇਨ ਦਾ ਹਿੱਸਾ ਹੈ, ਇੰਗਲੈਂਡ ਦੇ ਨਾਲ ਇੱਕ ਹਿੱਸਾ ਹੈ ਜਿਸ ਨੂੰ ਅਸੀਂ ਸਕਾਟਲੈਂਡ ਕਹਿੰਦੇ ਹਾਂ, ਬ੍ਰਿਟੇਨ ਦੇ ਵਿੱਚ ਆਉਂਦਾ। ਤਾਂ ਉੱਥੇ ਦੇ ਇਹ ਨਾਵਲਿਸਟ ਸੀ, ਪੋਇਟ ਸੀ। ਈਵਨ ਕਿ ਇਹ ਨਾਵਲਿਸਟ ਅਤੇ ਪੋਇਟ ਵੀ ਨਹੀਂ ਸੀ, ਸਗੋਂ ਹਿਸਟੋਰੀਅਨ ਵੀ ਸੀ ਅਤੇ ਪਲੇ ਰਾਈਟ ਵੀ ਸੀ। ਪਲੇ ਰਾਈਟ ਦਾ ਮਤਲਬ ਹੁੰਦਾ ਜੋ ਪਲੇ ਲਿਖਦਾ ਹੈ, ਡਰਾਮਾਜ਼ ਲਿਖਦੇ, ਉਹਨਾਂ ਨੂੰ ਅਸੀਂ ਪਲੇ ਰਾਈਟ ਕਹਿੰਦੇ ਹਾਂ। ਤਾਂ ਸਰ ਵਾਲਟਰ ਸਕੌਟ ਨੇ ਨਾਵਲਸ ਵੀ ਲਿਖੇ ਹੈ ਜੀ, ਜ਼ਿਆਦਾ ਪੋਇਮਸ ਵੀ ਲਿਖੀਆਂ ਨੇ। ਦੋ ਹੀ ਇਜ਼ ਫੇਮਸ ਫॉर ਹਿਜ਼ ਹਿਸਟੋਰੀਕਲ ਨਾਵਲਸ, ਯੈਟ ਹਿਜ਼ ਪੋਇਮਸ ਆਰ ਫੁੱਲ ਆਫ ਦੀ ਸਪਿਰਿਟ ਆਫ ਹੀਰੋਇਜ਼ਮ ਐਂਡ ਨੋਬਿਲਿਟੀ। ਜ਼ਿਆਦਾਤਰ ਉਹਨਾਂ ਨੇ ਹਿਸਟੋਰੀਕਲ ਨਾਵਲਸ ਲਿਖੇ ਨੇ, ਇਤਿਹਾਸ ਨਾਲ ਸੰਬੰਧਿਤ ਨਾਵਲਸ, ਲੇਕਿਨ ਉਹਨਾਂ ਨੇ ਪੋਇਮਸ ਵੀ ਲਿਖੀਆਂ ਨੇ। ਅਤੇ ਪੋਇਮਸ ਦੇ ਵਿੱਚ ਨੋਬਿਲਿਟੀ ਅਤੇ ਹੀਰੋਇਜ਼ਮ ਦੀ ਭਾਵਨਾ ਸਾਨੂੰ ਮਿਲਦੀ ਹੈ। ਮਤਲਬ ਹੀਰੋਇਜ਼ਮ ਦਾ ਮਤਲਬ ਜਿਸ ਦੇ ਵਿੱਚ ਬਹੁਤ ਹੀ ਵਧੀਆ ਜਿਹੜਾ ਕਰੈਕਟਰ ਹੁੰਦਾ, ਇੱਕ ਬਹਾਦਰੀ ਦਾ ਕੰਮ ਦਿਖਾਉਂਦਾ ਹੈ, ਇਸ ਤਰ੍ਹਾਂ ਦੀਆਂ। ਹੀ ਕੰਸੀਡਰਡ ਪੈਟਰੀਓਟਿਜ਼ਮ ਅ ਗ੍ਰੇਟ ਵਰਚੂ। ਬਹੁਤ ਹੀ ਦੇਸ਼ ਭਗਤ ਸੀਗੇ ਸਰ ਵਾਲਟਰ ਸਕੌਟ, ਅਤੇ ਉਹਨਾਂ ਦੀ ਇਹ ਭਾਵਨਾ ਉਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਵੀ ਝਲਕਦੀ ਹੈ। ਤਾਂ ਪੈਟਰੀਓਟਿਜ਼ਮ ਦਾ ਮਤਲਬ ਦੇਸ਼ ਭਗਤੀ ਹੁੰਦਾ, ਤਾਂ ਉਸ ਨੂੰ ਇੱਕ ਮਹਾਨ ਗੁਣ ਮੰਨਦੇ ਸੀਗੇ। In this poem, he states that a man who has no love for his country would not be honoured and remembered. ਹੁਣ ਇਸ ਪੋਇਮ ਦੇ ਵਿੱਚ ਮਾਈ ਨੇਟਿਵ ਲੈਂਡ ਜੋ ਅਸੀਂ ਪੋਇਮ ਕਰਨ ਜਾ ਰਹੇ ਹਾਂ, ਉਸ ਦੇ ਵਿੱਚ ਉਹ ਦੱਸਦੇ ਨੇ ਕਿ ਇੱਕ ਮਨੁੱਖ ਜਿਸ ਦਾ ਆਪਣੇ ਦੇਸ਼ ਦੇ ਪ੍ਰਤੀ ਕੋਈ ਪਿਆਰ ਨਹੀਂ ਹੈ, ਨੋ ਲਵ, ਕੋਈ ਪਿਆਰ ਨਹੀਂ ਹੈ, ਉਸ ਨੂੰ ਔਨਰ ਨਹੀਂ ਕੀਤਾ ਜਾਂਦਾ, ਉਸ ਨੂੰ ਕੋਈ ਮਾਣ ਨਹੀਂ ਦਿੱਤਾ ਜਾਂਦਾ ਅਤੇ ਨਾ ਹੀ ਉਸ ਨੂੰ ਯਾਦ ਰੱਖਿਆ ਜਾਂਦਾ। ਹਾਂਜੀ, ਮਾਈ ਨੇਟਿਵ ਲੈਂਡ ਪੜ੍ਹਨ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਇਸ ਦੇ ਬਾਰੇ ਦੱਸਦਾ ਕਿ ਸਰ ਵਾਲਟਰ ਸਕੌਟ ਦੀ ਇੱਕ ਨੈਰੇਟਿਵ ਪੋਇਮ ਦੀ ਇੱਕ ਬੁੱਕ ਹੈ ਜੀ, ਉਸ ਦਾ ਨਾਮ ਹੈ ਦ ਲੇ ਆਫ ਦ ਲਾਸਟ ਮਿਨਸਟਰਲ। ਇਹ ਸਰ ਵਾਲਟਰ ਸਕੌਟ ਦੀ ਇੱਕ ਨੈਰੇਟਿਵ ਪੋਇਮ ਦੀ ਬੁੱਕ ਹੈ ਜੀ, ਜੋ ਪਬਲਿਸ਼ ਹੋਈ ਸੀ। ਇਹ ਹੋਈ ਸੀ 1805 ਈਸਵੀ ਦੇ ਵਿੱਚ। ਤਾਂ ਉਸ ਦੇ ਵਿੱਚ ਟੋਟਲ 6 ਕੈਂਟੋਜ਼ ਹੈ, 6 ਕੈਂਟੋਜ਼। ਹੁਣ ਕੈਂਟੋਜ਼ ਦਾ ਮਤਲਬ ਹੈ ਇੱਕ ਜਦੋਂ ਬਹੁਤ ਸਾਰੀ ਲੰਬੀ ਕੋਈ ਪੋਇਮ ਰਾਈਟਰ ਲਿਖਦਾ ਤਾਂ ਉਸਦੇ ਉਹ ਛੋਟੇ ਛੋਟੇ ਪਾਰਟਸ ਕਰ ਦਿੰਦਾ, ਤਾਂ ਉਸ ਨੂੰ ਆਪਾਂ ਕੈਂਟੋਜ਼ ਕਹਿੰਦੇ ਹਾਂ। ਤਾਂ ਇਹ ਜਿਹੜਾ ਮਾਈ ਨੇਟਿਵ ਲੈਂਡ ਹੈ, ਇਹ 6ਵੇਂ ਕੈਂਟੋ ਦੇ ਸ਼ੁਰੂਆਤ 'ਚ ਆਉਂਦੀ ਹੈ, 6th ਕੈਂਟੋਜ਼ ਦੇ ਬਿਗਨਿੰਗ 'ਚ ਆਉਂਦੀ ਹੈ ਇਹ ਵਾਲੀ ਪੋਇਮ ਮਾਈ ਨੇਟਿਵ ਲੈਂਡ। ਦ ਲੇ ਆਫ ਦ ਲਾਸਟ ਮਿਨਸਟਰਲ ਬਹੁਤ ਹੀ ਪਾਪੂਲਰ ਹੋਈ ਸੀ। ਸਰ ਵਾਲਟਰ ਸਕੌਟ ਦਾ ਇਹ ਵਨ ਆਫ ਦਾ ਬੈਸਟ ਵਰਕਸ ਹੈ, ਅਤੇ ਉਸ ਦੇ ਵਿੱਚੋਂ ਦੀ ਮਾਈ ਨੇਟਿਵ ਲੈਂਡ ਲਈ ਗਈ ਹੈ। ਹੁਣ ਆਪਾਂ ਇਸ ਪੋਇਮ ਦੀ ਥੋੜ੍ਹੀ ਸਟਰਕਚਰ ਬਾਰੇ ਜਾਣਕਾਰੀ ਲੈ ਲੈਂਦੇ ਹਾਂ। ਤਾਂ ਜੇਕਰ ਅਸੀਂ ਪੋਇਮ ਨੂੰ ਦੇਖੀਏ ਤਾਂ ਇਹ ਪੂਰੀ ਪੋਇਮ 4 ਸਟੈਂਜ਼ਾਸ ਦੇ ਵਿੱਚ ਲਿਖੀ ਗਈ ਹੈ। ਦੇਖੋ, ਇਹ ਪਹਿਲਾ ਸਟੈਂਜ਼ਾ ਹੋ ਗਿਆ, ਉਸ ਤੋਂ ਬਾਅਦ ਸੈਕਿੰਡ ਸਟੈਂਜ਼ਾ, ਅਤੇ ਫਿਰ ਥਰਡ ਐਂਡ ਫੋਰਥ। ਤਾਂ ਟੋਟਲ 4 ਸਟੈਂਜ਼ਾਸ ਹੋ ਗਏ ਜੀ। ਹਰ ਇੱਕ ਸਟੈਂਜ਼ੇ ਦੇ ਵਿੱਚ 4-4 ਲਾਈਨਸ ਹੈ, ਤਾਂ 4 ਸਟੈਂਜ਼ਾਸ ਹੋ ਗਏ ਜੀ, ਅਤੇ 16 ਲਾਈਨਸ ਦੀ ਸਾਡੀ ਇਹ ਪੂਰੀ ਪੋਇਮ ਹੈ। ਹੁਣ ਅਸੀਂ ਇਸ ਪੋਇਮ ਦੀ ਐਂਡ ਰਾਈਮਸ ਦੇਖ ਲੈਂਦੇ ਹਾਂ। ਐਂਡ ਰਾਈਮਸ ਦਾ ਮਤਲਬ ਹੁੰਦਾ ਹੈ ਰਾਈਮਿੰਗ ਵਰਡ ਐਟ ਦੀ ਐਂਡ ਆਫ ਦਾ ਲਾਈਨ। ਜਿਵੇਂ ਅਸੀਂ ਜੇਕਰ ਪਹਿਲੀ ਲਾਈਨ ਦੇਖੀਏ ਤਾਂ ਪਹਿਲੀ ਲਾਈਨ ਦਾ ਐਂਡ ਵਰਡ ਜਿਹੜਾ ਹੈ ਉਹ ਡੈਡ ਹੈ। ਇਸੇ ਤਰ੍ਹਾਂ ਸੈਕਿੰਡ ਲਾਈਨ ਦਾ ਜਿਹੜਾ ਲਾਸਟ ਵਾਲਾ ਐਂਡ ਰਾਈਮ ਹੈ ਉਹ ਹੈ ਸੈਟ। ਤਾਂ ਡੈਡ ਐਂਡ ਸੈਟ ਦੀ ਆਲਮੋਸਟ ਆਵਾਜ਼ ਸੇਮ ਹੈ। ਤਾਂ ਅਸੀਂ ਕਹਿ ਸਕਦੇ ਹਾਂ ਜੇਕਰ ਅਸੀਂ ਇਸ ਨੂੰ ਏ ਲਿਖੀਏ ਤਾਂ ਇਸ ਨੂੰ ਏ ਲਿਖੀਏ ਤਾਂ ਇਹ ਇੱਕੋ ਹੀ ਸਾਊਂਡ ਹੋ ਗਈਆਂ। ਤਾਂ ਐਂਡ ਰਾਈਮਿੰਗਸ ਪਹਿਲੀਆਂ 2 ਲਾਈਨਾਂ ਦੀ ਸੇਮ ਹੋ ਗਈ। ਤੀਸਰੀ ਲਾਈਨ ਦਾ ਜੇਕਰ ਅਸੀਂ ਲਾਸਟ ਵਰਡ ਦੇਖੀਏ ਤਾਂ ਉਹ ਹੈ ਲੈਂਡ, ਜੋ ਕਿ ਡੈਡ ਔਰ ਸੈਟ ਦੇ ਨਾਲ ਮੇਲ ਨਹੀਂ ਖਾਂਦਾ, ਤਾਂ ਆਪਾਂ ਇਸ ਨੂੰ ਬੀ ਦਾ ਨਾਮ ਦੇ ਦਿੰਦੇ ਹਾਂ। ਫਿਰ ਉਸ ਤੋਂ ਬਾਅਦ ਫਿਰ ਅਸੀਂ 4th ਲਾਈਨ ਦਾ ਐਂਡ ਰਾਈਮ ਦੇਖੀਏ ਤਾਂ ਉਹ ਹੈ ਬਰਨਡ। ਬਰਨਡ ਅਤੇ ਲੈਂਡ ਦੇ ਵਿੱਚ ਬੋਲਣ 'ਚ ਫ਼ਰਕ ਹੈ। ਇਹਦਾ ਮਤਲਬ ਇਹ ਵੀ ਇਸ ਦਾ ਮੇਲ ਨਹੀਂ ਖਾਂਦਾ ਏ ਅਤੇ ਬੀ ਦੇ ਨਾਲ, ਅਸੀਂ ਇਸ ਨੂੰ ਸੀ ਕਹਿ ਦਿੰਦੇ ਹਾਂ। ਅੱਗੇ ਚੱਲਦੇ ਹਾਂ ਜੀ।
ਨੈਕਸਟ ਲਾਈਨ ਦੇਖਦੇ ਹਾਂ ਤਾਂ ਟਰਨਡ ਆਉਂਦਾ ਹੈ, ਜੋ ਕਿ ਬਰਨ ਦੇ ਨਾਲ ਬਿਲਕੁਲ ਮੇਲ ਖਾਂਦਾ, ਤਾਂ ਐਂਡ ਰਾਈਮ ਸੇਮ ਹੋ ਗਈ, ਅਸੀਂ ਇਸ ਨੂੰ ਫੇਸ ਹੀ ਕਹਾਂਗੇ। ਫਿਰ ਆ ਜਾਂਦਾ ਜੀ ਸਟ੍ਰੈਂਡ। ਹੁਣ ਸਟ੍ਰੈਂਡ ਜਿਹੜਾ ਵਰਡ ਹੈ, ਇਸ ਦੀ ਐਂਡ ਰਾਈਮਿੰਗ ਲੈਂਡ ਦੇ ਨਾਲ ਮਿਲਦੀ ਜੁਲਦੀ ਹੈ, ਲੈਂਡ ਸਟ੍ਰੈਂਡ, ਤਾਂ ਅਸੀਂ ਇਸ ਨੂੰ ਫਿਰ ਕੀ ਕਹਾਂਗੇ, ਡੀ, ਕਿਉਂਕਿ ਨਵੀਂ ਆ ਗਿਆ, ਸੌਰੀ ਇਸ ਨੂੰ ਅਸੀਂ ਕਹਾਂਗੇ ਬੀ, ਕਿਉਂਕਿ ਉਹੀ ਸਾਡਾ ਰਿਪੀਟ ਹੋ ਗਿਆ ਬੀ ਵਾਲਾ। ਤਾਂ ਇਸ ਤਰੀਕੇ ਦੇ ਨਾਲ ਇਸ ਦੀ ਰਾਈਮਿੰਗ ਸਕੀਮ ਚੱਲਦੀ ਹੈ। ਅੱਗੇ ਜਾ ਕੇ ਇਸ ਦੀ ਰਾਈਮਿੰਗ ਸਕੀਮ ਬਦਲ ਜਾਂਦੀ ਹੈ ਇਸ ਪੋਇਮ ਦੀ, ਕਿਉਂਕਿ ਜੇ ਅਸੀਂ ਦੇਖਦੇ ਹਾਂ ਤਾਂ ਵੈਲ ਐਂਡ ਸਵੈਲ ਆਲਮੋਸਟ ਸੇਮ ਨੇ, ਇਕੱਠੇ ਆ ਰਹੇ ਨੇ। ਨੇਮ ਐਂਡ ਕਲੇਮ ਫੇਰ ਇਕੱਠੇ ਆ ਰਹੇ ਨੇ। ਪੈਲਫ ਐਂਡ ਸੈਲਫ ਇਹ ਵੀ ਐਂਡ ਰਾਈਮਿੰਗਸ ਜਿਹੜੀਆਂ ਇਕੱਠੇ ਆ ਰਹੇ ਹੈ। ਰਿਨਾਊਨ ਡਾਊਨ ਇਕੱਠੇ ਆ ਰਹੇ ਨੇ। ਸਪਰੰਗ ਐਂਡ ਅਨਸੰਗ ਇਕੱਠੇ ਆ ਰਹੇ ਨੇ। ਤਾਂ ਕਹਿੰਦਾ ਮਤਲਬ ਇਸ ਦੀ ਸ਼ੁਰੂਆਤੀ ਲਾਈਨਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਇਸ ਦੀ ਰਾਈਮਿੰਗ ਸਕੀਮ ਥੋੜ੍ਹੀ ਹੋਰ ਹੈ, ਲੇਕਿਨ ਬਾਅਦ ਵਾਲੀਆਂ ਲਾਈਨਾਂ ਦੇ ਵਿੱਚ ਇਸ ਦੀ ਰਾਈਮਿੰਗ ਸਕੀਮ ਹੋਰ ਹੈ। ਉਹ ਮੈਂ ਤੁਹਾਨੂੰ ਸਾਰੀ ਐਕਸਪਲੇਨ ਕਰਤੀ। ਉਮੀਦ ਹੈ ਕਿ ਤੁਸੀਂ ਇਸ ਨੂੰ ਸਮਝ ਗਏ ਹੋਵੋਗੇ। ਹਾਂਜੀ ਸਟੂਡੈਂਟਸ, ਹੁਣ ਅਸੀਂ ਇਸ ਪੋਇਮ ਦੀ ਹਿਸਟਰੀ ਅਤੇ ਉਸਦੀ ਸਟਰਕਚਰ ਪੜ੍ਹਨ ਤੋਂ ਬਾਅਦ ਪੋਇਮ ਦੇ ਟੈਕਸਟ ਵੱਲ ਰੁਖ ਕਰਦੇ ਹਾਂ। ਤਾਂ ਪਹਿਲਾਂ ਮੈਂ ਦੱਸ ਦੇਣਾ ਚਾਹਾਂ ਕਿ ਜਿਹੜੀ ਪੂਰੀ ਪੋਇਮ ਦਾ ਜਿਹੜਾ ਥੀਮ ਹੈ ਨਾ, ਉਹ ਪੈਟਰੀਓਟਿਜ਼ਮ 'ਤੇ ਬੇਸਡ ਹੈ, ਦੇਸ਼ ਭਗਤੀ ਦੀ ਭਾਵਨਾ 'ਤੇ। ਇਹ ਮੈਂ ਤੁਹਾਨੂੰ ਪੋਇਟ ਦੇ ਬਾਰੇ ਸਮਝਾਉਂਦੇ ਹੋਏ ਵੀ ਦੱਸਿਆ ਸੀ। ਪੂਰੀ ਦੀ ਪੂਰੀ ਪੋਇਮ ਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਇਟ ਇਜ਼ ਬੇਸਡ ਔਨ ਦੀ ਥੀਮ ਆਫ ਪੈਟਰੀਓਟਿਜ਼ਮ। ਦੇਸ਼ ਭਗਤੀ ਦੀ ਭਾਵਨਾ ਨਾਲ ਓਤ ਪ੍ਰੋਤ ਪੋਇਮ ਹੈ। ਸਰ ਵਾਲਟਰ ਸਕੋਟ ਖੁਦ ਵੀ ਬਹੁਤ ਵੱਡੇ ਦੇਸ਼ ਭਗਤ ਸੀ, ਅਤੇ ਉਹਨਾਂ ਦੇ ਜਿੰਨੇ ਵੀ ਤੁਸੀਂ ਨਾਵਲਸ ਜਾਂ ਪੋਇਮਸ ਲੈ ਲਓ ਜਾਂ ਡਰਾਮਾਜ਼ ਵੀ ਦੇਖ ਲਓ, ਤਾਂ ਉਹਨਾਂ ਦੇ ਵਿੱਚ ਇਹ ਚੀਜ਼ ਤੁਹਾਨੂੰ ਦੇਖਣ ਨੂੰ ਜ਼ਰੂਰ ਮਿਲਦੀ ਹੈ। Breathes there the man with soul so dead, who never himself had said, this is my own, my native land। ਪਹਿਲੀਆਂ 3 ਲਾਈਨਸ ਤੋਂ ਇਹ ਗੱਲ ਪਤਾ ਲੱਗ ਜਾਂਦੀ ਹੈ। ਹੁਣ ਉਹ ਕਹਿ ਰਿਹਾ, ਕਹਿੰਦੇ ਇੱਕ ਇਨਸਾਨ ਜੋ ਕਿ ਸਾਹ ਤਾਂ ਲੈਂਦਾ ਹੈ, ਬਰੀਥ ਦਾ ਮਤਲਬ ਸਾਹ ਲੈਣਾ ਹੁੰਦਾ ਹੈ, ਲੇਕਿਨ ਉਸ ਦੀ ਜਿਹੜੀ ਸੋਲ ਹੈ ਉਹ ਆਤਮਾ ਮਰ ਚੁੱਕੀ ਹੈ। ਹੁਣ ਪਹਿਲੀ ਲਾਈਨ ਦੇ ਵਿੱਚ ਇੱਕ ਅਜਿਹੇ ਇਨਸਾਨ ਦੀ ਗੱਲ ਹੋ ਰਹੀ ਹੈ। ਹੁਣ ਇੱਥੇ ਇਕੱਲੇ ਇਨਸਾਨ ਦੀ ਗੱਲ ਨਹੀਂ ਹੋ ਰਹੀ। ਇੱਥੇ ਦੇਅਰ ਸ਼ਬਦ ਤੋਂ ਇਹ ਗੱਲ ਕਲੀਅਰ ਹੋ ਜਾਂਦੀ ਹੈ ਕਿ ਉਸ ਜਗ੍ਹਾ ਜਾਂ ਉਸ ਜਗ੍ਹਾ 'ਤੇ ਰਹਿਣ ਵਾਲੇ ਉਹਨਾਂ ਇਨਸਾਨਾਂ ਦੀ ਗੱਲ ਹੋ ਰਹੀ ਹੈ ਜੋ ਇਸ ਤਰ੍ਹਾਂ ਦੀਆਂ ਫੀਲਿੰਗਸ ਰੱਖਦੇ ਆ ਆਪਣੇ ਅੰਦਰ। ਕਿਹੜੀਆਂ ਫੀਲਿੰਗਸ, ਉਹ ਮੈਂ ਅੱਗੇ ਦੱਸਦਾ। ਕਹਿੰਦੇ ਇੱਕ ਅਜਿਹਾ ਇਨਸਾਨ ਸਾਹ ਤਾਂ ਲੈਂਦਾ ਹੈ, ਲੇਕਿਨ ਉਸ ਦੀ ਆਤਮਾ ਮਰ ਚੁੱਕੀ ਹੈ। ਹੁਣ ਇੱਥੇ ਇਹ ਗੱਲ ਇਹ ਵੀ ਦੇਖਣ ਵਾਲੀ ਹੈ ਕਿ ਇਨਸਾਨ ਸਾਹ ਲੈ ਰਿਹਾ ਹੈ, ਉਸ ਦੀ ਆਤਮਾ ਜ਼ਰੂਰ ਮਰੀ ਹੈ ਲੇਕਿਨ ਆਪ ਨਹੀਂ ਮਰਿਆ। ਹਾਲਾਂਕਿ ਉਹ ਜ਼ਿੰਦਾ ਹੈ, ਉਸ ਦੀ ਆਤਮਾ ਮਰ ਚੁੱਕੀ ਹੈ। ਅਤੇ ਉਸਨੇ ਆਪਣੇ ਆਪ ਨੂੰ ਕਦੇ ਨਹੀਂ ਕਿਹਾ, ਹੂ ਨੈਵਰ ਹਿਮਸੈਲਫ ਹੈਡ ਸੈਡ। ਇੱਥੇ 2 ਸ਼ਬਦ ਆਏ ਆ ਜਿਨ੍ਹਾਂ ਵੱਲ ਧਿਆਨ ਦੇਣਾ ਸਾਨੂੰ ਚਾਹੀਦਾ ਹੈ। ਇੱਕ ਤਾਂ ਇਹ ਵਾਲਾ ਸ਼ਬਦ ਆਇਆ, ਇੱਕ ਹੈਥ ਆਇਆ। ਹੁਣ ਜਿਹੜਾ NEFER ਹੈ, ਇਹ ਬੇਸਿਕਲੀ ਸ਼ੋਰਟਨ ਕਰਕੇ ਲਿਖਿਆ ਗਿਆ ਨੈਵਰ ਨੂੰ। ਇਹ ਮੈਂ ਅੱਗੇ ਵੀ ਕਈ ਵਾਰੀ ਜਦੋਂ ਤੁਹਾਨੂੰ ਪੋਇਮਸ ਕਰਵਾਈਆਂ ਨੇ ਤਾਂ ਉਸ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਇਸ ਨੂੰ ਆਪਾਂ ਪੋਇਟਿਕ ਕੰਟਰੈਕਸ਼ਨ ਕਹਿੰਦੇ ਹਾਂ। ਜਦੋਂ ਪੋਇਟ ਕੰਟਰੈਕਟ ਕਰ ਦਿੰਦਾ ਨਾ ਵਰਡਸ ਨੂੰ, ਛੋਟੇ ਕਰਕੇ ਲਿਖਦਾ, ਉਹਨੂੰ ਅਸੀਂ ਕਹਿੰਦੇ ਹਾਂ ਪੋਇਟਿਕ ਕੰਟਰੈਕਸ਼ਨ। ਅਤੇ ਇਸ ਨੂੰ ਇੰਗਲਿਸ਼ ਲਿਟਰੇਚਰ ਦੀ ਲੈਂਗੁਏਜ ਦੇ ਵਿੱਚ ਐਲੀਜ਼ਨ ਵੀ ਕਹਿੰਦੇ ਆ। ਇਹਦਾ ਮਤਲਬ ਹੁੰਦਾ ਹੈ ਕਿ ਪੋਇਟ ਨੇ ਆਪਣੀ ਲਾਈਨ ਨੂੰ ਮੀਟਰ ਦੇ ਵਿੱਚ ਰੱਖਣ ਦੇ ਲਈ ਕੁਛ ਵਰਡਸ ਨੂੰ ਕੰਟਰੈਕਟ ਕਰਤਾ, ਸ਼ਾਰਟ ਕਰਤਾ। ਉਸਨੇ ਨੈਵਰ ਨੂੰ ਇਸ ਤਰ੍ਹਾਂ ਪਾਇਆ। ਹਾਲਾਂਕਿ ਵਰਡ ਨੈਵਰ ਸੀ, ਲੇਕਿਨ ਉਸ ਨੂੰ ਇਸ ਤਰ੍ਹਾਂ ਪਾਇਆ ਗਿਆ। ਅਤੇ ਇੱਕ ਦੂਸਰਾ ਵਰਡ ਆਇਆ ਹੈਥ। ਹੈਥ ਜਿਹੜਾ ਵਰਡ ਹੈ, ਸ਼ਾਇਦ ਤੁਸੀਂ ਅੱਜ ਕੱਲ੍ਹ ਇੰਗਲਿਸ਼ ਲੈਂਗੁਏਜ ਦੇ ਵਿੱਚ ਜਾਂ ਮੋਡਰਨ ਇੰਗਲਿਸ਼ ਟੈਕਸਟ ਦੇ ਵਿੱਚ ਤੁਸੀਂ ਨਹੀਂ ਲਿਖਿਆ ਦੇਖੋਗੇ, ਲੇਕਿਨ ਇੱਥੇ ਹੈਥ ਦਾ ਮਤਲਬ ਹੈ ਹੈਜ਼। ਤਾਂ ਹੈਜ਼ ਤਾਂ ਅਸੀਂ ਜਾਣਦੇ ਹੀ ਹਾਂ। ਤਾਂ ਉਸ ਇਨਸਾਨ ਦੀ ਗੱਲ ਹੋ ਰਹੀ ਹੈ ਜਿਸਨੇ ਕਿ ਆਪਣੇ ਆਪ ਨੂੰ ਹਿਮਸੈਲਫ, ਆਪਣੇ ਆਪ ਨਾਲ ਕਦੇ ਨਹੀਂ ਇਹ ਗੱਲ ਕਹੀ, ਆਪਣੇ ਆਪ ਨੂੰ ਕਦੇ ਇਹ ਗੱਲ ਨਹੀਂ ਕਹੀ ਕਿ ਦਿਸ ਇਜ਼ ਮਾਈ ਓਨ, ਮਾਈ ਨੇਟਿਵ ਲੈਂਡ, ਕਿ ਇਹ ਮੇਰੀ ਆਪਣੀ ਜਨਮ ਭੂਮੀ ਹੈ, ਮੇਰੀ ਪੁਰਖਿਆਂ ਦੀ ਭੂਮੀ ਹੈ, ਮੇਰੀ ਆਪਣੀ ਭੂਮੀ ਹੈ, ਮੇਰੀ ਨੇਟਿਵ ਲੈਂਡ ਹੈ। ਜਿਸ ਇਨਸਾਨ ਨੇ ਇਹ ਗੱਲ ਆਪਣੇ ਆਪ ਨੂੰ ਕਦੇ ਨਹੀਂ ਕਹੀ ਤਾਂ ਉਸ ਇਨਸਾਨ ਦੀ ਆਤਮਾ ਮਰ ਚੁੱਕੀ ਹੈ। ਤਾਂ ਇੱਕ ਇਨਸਾਨ ਜਿਸ ਨੂੰ ਕਿ ਅਸੀਂ ਕਹਿ ਸਕਦੇ ਹਾਂ ਕਿ ਉਸ ਦੀ ਆਤਮਾ ਹੀ ਮਰ ਚੁੱਕੀ ਹੈ, ਤਾਂ ਹੀ ਇਜ਼ ਐਜ਼ ਗੁੱਡ ਐਜ਼ ਡੈਡ। ਬਸ ਉਹ ਮਰਿਆ ਹੋਇਆ ਸਮਾਨ ਹੈ, ਜਿੰਦਾ ਤਾਂ ਜ਼ਰੂਰ ਹੈ ਲੇਕਿਨ ਮਰਿਆ ਹੋਇਆ ਸਮਾਨ ਹੈ। ਤਾਂ ਇਹਦਾ ਮਤਲਬ ਸੋਲ ਸੋ ਡੈਡ ਦਾ ਮਤਲਬ ਅਸੀਂ ਇਹ ਕਹਿ ਸਕਦੇ ਹਾਂ ਕਿ ਹੀ ਇਜ਼ ਐਜ਼ ਗੁੱਡ ਐਜ਼ ਡੈਡ, ਕਿ ਮਰਿਆ ਹੋਇਆ ਇਨਸਾਨ ਵਾਂਗੂ ਹੈ। ਨੈਕਸਟ ਲਾਈਨ ਦੇ ਵਿੱਚ whose heart has never within him burned, as home his footsteps he hath returned from wandering on a foreign strand। ਹੁਣ ਉਸੇ ਬੰਦੇ ਦੀ ਗੱਲ ਹੋ ਰਹੀ ਹੈ। whose ਦਾ ਮਤਲਬ ਉਹੀ ਇਨਸਾਨ ਜੋ ਕਿ
ਜਿਸ ਦੀ ਕਿ ਆਤਮਾ ਮਰ ਚੁੱਕੀ ਹੈ, ਉਸੇ ਇਨਸਾਨ ਦੀ ਗੱਲ ਹੋ ਰਹੀ ਹੈ। ਕਹਿੰਦੇ ਉਸ ਇਨਸਾਨ ਦੇ ਅੰਦਰ ਕਦੇ ਵੀ ਇਸ ਤਰ੍ਹਾਂ ਦੀ ਭਾਵਨਾ ਨੇ ਜਨਮ ਹੀ ਨਹੀਂ ਲਿਆ, ਜਾਂ ਉਸ ਦੇ ਅੰਦਰ ਇਸ ਤਰ੍ਹਾਂ ਦੀ ਤੀਵਰ ਭਾਵਨਾ ਹੀ ਨਹੀਂ ਰਹੀ। ਬਰਨ ਦਾ ਮਤਲਬ ਇੱਥੇ ਹੁੰਦਾ ਕਿ ਜਦੋਂ ਸਾਡੇ ਅੰਦਰ ਇੱਕ ਜੋਸ਼ ਪੈਦਾ ਹੋਵੇ, ਐਕਸਾਈਟਮੈਂਟ ਪੈਦਾ ਹੋਵੇ, ਇੱਦਾਂ ਦੀ ਭਾਵਨਾ ਹੀ ਨਹੀਂ ਰਹੀ, ਕਿਉਂਕਿ ਉਹ ਹੁਣ ਵਾਪਸ ਆਇਆ। ਹੀ ਹੈਜ਼ ਟਰਨਡ ਐਜ਼ ਹੋਮ ਹਿਜ਼ ਫੁੱਟਸਟੈਪਸ, ਉਸ ਦੇ ਕਦਮ ਉਸ ਦੀ ਆਪਣੀ ਜ਼ਮੀਨ 'ਤੇ ਵਾਪਸ ਆਏ ਨੇ। ਕਿੱਥੋਂ? ਫਰੋਮ ਵਾਂਡਰਿੰਗ ਔਨ ਅ ਫੋਰਨ ਸਟ੍ਰੈਂਡ। ਸਟ੍ਰੈਂਡ ਦਾ ਮਤਲਬ ਇੱਥੇ ਲੈਂਡ ਤੋਂ ਹੈ, ਕਿ ਉਹ ਫੋਰਨ ਗਿਆ ਹੋਇਆ ਸੀ, ਵਿਦੇਸ਼ੀ ਭੂਮੀ 'ਤੇ ਗਿਆ ਹੋਇਆ ਸੀ। ਫੋਰਨ ਸਟ੍ਰੈਂਡ ਆਪਣੇ ਦੇਸ਼ ਤੋਂ ਬਾਹਰ ਗਿਆ ਸੀ, ਫੋਰਨ ਲੈਂਡ 'ਤੇ ਗਿਆ ਸੀ। ਉੱਥੋਂ ਉਹ ਘੁੰਮ ਫਿਰ ਕੇ ਵਾਂਡਰਿੰਗ, ਘੁੰਮਦਾ ਫਿਰਦਾ ਹੁਣ ਉਹ ਵਾਪਸ ਆਪਣੀ ਜ਼ਮੀਨ 'ਤੇ ਆਇਆ। ਲੇਕਿਨ ਆਪਣੀ ਜ਼ਮੀਨ 'ਤੇ ਆਉਣ ਦੇ ਬਾਵਜੂਦ ਉਸ ਦੇ ਅੰਦਰ ਇੱਦਾਂ ਦੀ ਫੀਲਿੰਗ ਨਹੀਂ ਆ ਰਹੀ, ਮੇਰੀ ਮਾਂ ਭੂਮੀ ਮੇਰੇ ਲਈ ਸਭ ਤੋਂ ਜ਼ਿਆਦਾ ਇੱਜ਼ਤ ਦੇ ਕਾਬਲ ਹੈ। ਜੇਕਰ ਉਹਦੇ ਇਹ ਮਨ ਦੇ ਵਿੱਚ ਵਿਚਾਰ ਨਹੀਂ ਆਉਂਦਾ ਸਾਰੇ ਦੇਸ਼ਾਂ 'ਚ ਘੁੰਮ ਫਿਰ ਕੇ, ਤਾਂ ਫਿਰ ਉਹ ਬੰਦਾ ਇੱਕ ਉਸ ਦੀ ਆਤਮਾ ਮਰੀ ਹੋਈ ਹੈ, ਬਸ ਉਹ ਜਿਉਂਦਾ ਤਾਂ ਹੈ ਲੇਕਿਨ ਮਰਿਆ ਵਰਗਾ ਹੈ। ਇਫ ਸੱਚ ਦੇਅਰ ਬਰੀਥ ਗੋ ਮਾਰਕ ਹਿਮ ਵੈਲ, ਫॉर ਹਿਮ ਨੋ ਮਿਨਸਟਰਲਸ ਰੈਪਚਰਸ ਸਵੈਲ। ਹੁਣ ਇਸ ਪੋਇਮ ਦੇ ਵਿੱਚ ਜਿਹੜੀਆਂ ਨੈਕਸਟ ਲਾਈਨਸ ਹੈ ਨਾ, ਉਹ ਸਾਰੀਆਂ ਰਾਈਮਿੰਗ ਕਪਲੇਟ 'ਚ ਹੈ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਇਸ ਦੀ ਰਾਈਮਿੰਗ ਸਕੀਮ ਚੇਂਜ ਹੁੰਦੀ ਜਾਂਦੀ ਹੈ, ਤਾਂ ਅਗਲੀਆਂ ਜਿੰਨੀਆਂ ਵੀ ਲਾਈਨ ਸਾਨੂੰ ਆਉਣਗੀਆਂ ਤਾਂ ਉਹ ਸਾਰੀਆਂ ਰਾਈਮਿੰਗ ਕਪਲੇਟ 'ਚ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਇਸ ਲਾਈਨ ਦਾ ਜਿਹੜਾ ਲਾਸਟ ਵਾਲਾ ਵਰਡ ਹੈ ਉਹ ਵੈਲ ਹੈ ਅਤੇ ਫਿਰ ਸਵੈਲ ਹੈ, ਦੋਨਾਂ ਦੀ ਐਂਡ ਰਾਈਮ ਸੇਮ ਹੈ, ਤਾਂ ਇਹ ਇੱਕ ਰਾਈਮਿੰਗ ਕਪਲੇਟ ਬਣ ਗਿਆ। ਇਸੇ ਤਰ੍ਹਾਂ ਨੇਮ, ਕਲੇਮ ਇਹਨਾਂ ਦਾ ਇੱਕ ਰਾਈਮਿੰਗ ਕਪਲੇਟ ਬਣ ਗਿਆ। ਪੈਲਫ, ਸੈਲਫ ਇਹਨਾਂ ਦਾ ਰਾਈਮਿੰਗ ਕਪਲੇਟ ਬਣ ਗਿਆ, ਜੋੜਾ ਬਣ ਗਿਆ। ਅੱਗੇ ਜਾ ਕੇ ਤੁਸੀਂ ਹੋਰ ਵੀ ਦੇਖੋਗੇ, ਰਿਨਾਮ, ਡਾਊਨ ਅਤੇ ਸਪਰੰਗ ਐਂਡ ਸੰਗ। ਤਾਂ ਇਸ ਤਰ੍ਹਾਂ ਇਹਨਾਂ ਦੀ ਰਾਈਮਿੰਗ ਸਕੀਮ ਅੱਗੇ ਚੱਲਦੀ ਹੈ। ਹੁਣ ਉਹ ਕਹਿ ਰਹੇ ਕਿ ਜੇਕਰ ਇਸ ਤਰ੍ਹਾਂ ਦਾ ਇਨਸਾਨ, ਇਫ ਸੱਚ ਦਾ ਮਤਲਬ ਇੱਥੇ ਇਹ ਉਸੇ ਇਨਸਾਨ ਦੀ ਗੱਲ ਹੋ ਰਹੀ ਹੈ ਜਿਸ ਦੀ ਸੋਲ ਮਰ ਚੁੱਕੀ ਹੈ, ਬਿਕੋਜ਼ ਉਹ ਆਪਣੀ ਮਾਤ ਭੂਮੀ ਨਾਲ ਉਹਦਾ ਕੋਈ ਪਿਆਰ ਹੀ ਨਹੀਂ ਹੈ, ਉਸ ਦੇ ਪ੍ਰਤੀ ਕੋਈ ਇੱਜ਼ਤ ਹੀ ਨਹੀਂ ਹੈ। ਤਾਂ ਜੇਕਰ ਇਸ ਤਰ੍ਹਾਂ ਦੇ ਇਨਸਾਨ ਦੇਅਰ ਦਾ ਮਤਲਬ ਉਸ ਜਗ੍ਹਾ 'ਤੇ ਬਰੀਥ, ਸਾਹ ਲੈਂਦਾ ਹੈ, ਤਾਂ ਗੋ ਮਾਰਕ ਹਿਮ ਵੈਲ। ਤਾਂ ਕਵੀ ਸਾਨੂੰ ਕਹਿੰਦਾ ਕਿ ਉਸ ਨੂੰ ਚੰਗੀ ਤਰ੍ਹਾਂ ਪਛਾਣ ਲਓ। ਮਾਰਕ ਹਿਮ ਵੈਲ ਦਾ ਮਤਲਬ ਹੈ ਉਸ ਨੂੰ ਪਛਾਣ ਲਓ, ਬੰਦੇ ਦੀ ਪਛਾਣ ਕਰ ਲਓ, ਕਿਉਂਕਿ ਉਹ ਆਪਣੀ ਮਾਤ ਭੂਮੀ ਪ੍ਰਤੀ ਕਿਸੇ ਤਰ੍ਹਾਂ ਦੀ ਕੋਈ ਇੱਜ਼ਤ ਹੀ ਨਹੀਂ ਰੱਖਦਾ, ਕੋਈ ਪਿਆਰ ਨਹੀਂ ਹੈ। ਉਸ ਨੂੰ ਫੋਰਨ ਲੈਂਡ ਜ਼ਿਆਦਾ ਵਧੀਆ ਲੱਗਦੇ ਨੇ। ਫॉर ਹਿਮ ਕਿਉਂਕਿ ਅੱਛਾ, ਫਿਰ ਇਸ ਤਰ੍ਹਾਂ ਦੇ ਇਨਸਾਨ ਦੇ ਲਈ ਫॉर ਹਿਮ ਦਾ ਮਤਲਬ ਵੀ ਉਹੀ, ਉਸੇ ਤਰ੍ਹਾਂ ਦੇ ਇਨਸਾਨ ਦੇ ਲਈ ਨੋ ਮਿਨਸਟਰਲਸ ਰੈਪਚਰ ਸਵੈਲ। ਨੋ ਮਿਨਸਟਰਲ ਦਾ ਮਤਲਬ ਕੀ ਹੁੰਦਾ ਹੈ? ਮਿਨਸਟਰਲ ਦਾ ਮਤਲਬ ਜਿਵੇਂ ਪੁਰਾਣੇ ਰਾਜ ਦਰਬਾਰਾਂ ਦੇ ਵਿੱਚ ਕਵੀ ਹੁੰਦੇ ਸੀਗੇ, ਮਿਊਜ਼ੀਸ਼ੀਅਨ ਹੁੰਦੇ ਸੀ, ਸਿੰਗਰ ਹੁੰਦੇ ਸੀ, ਜੋ ਕਿ ਬਹੁਤ ਹੀ ਵਧੀਆ ਬਹਾਦਰੀ ਦੀਆਂ ਕਹਾਣੀਆਂ ਗਾ ਕੇ ਸੁਣਾਉਂਦੇ ਸੀ। ਅਸੀਂ ਉਹਨਾਂ ਨੂੰ ਮਿਨਸਟਰਲਸ ਕਹਿੰਦੇ ਹਾਂ। ਤਾਂ ਇਸ ਤਰ੍ਹਾਂ ਦੇ ਇਨਸਾਨ ਦੇ ਲਈ ਕੋਈ ਵੀ ਕਵੀ ਆਪਣੇ ਸ਼ਬਦਾਂ 'ਚ ਉਸ ਦੀ ਬਖਾਨ ਨਹੀਂ ਕਰੂਗਾ। ਕਹਿਣ ਦਾ ਮਤਲਬ ਉਸ ਦੇ ਬਾਰੇ ਕਦੇ ਕੋਈ ਕਵਿਤਾ ਨਹੀਂ ਲਿਖੂਗਾ, ਕਦੇ ਕੋਈ ਉਸ ਦੇ ਬਾਰੇ ਗਾਊਗਾ ਨਹੀਂ। ਇਸ ਤਰ੍ਹਾਂ ਦੇ ਇਨਸਾਨ ਦੇ ਲਈ, ਬਿਕੋਜ਼ ਉਸ ਨੂੰ ਆਪਣੀ ਮਾਤ ਭੂਮੀ ਨਾਲ ਪਿਆਰ ਹੀ ਨਹੀਂ ਹੈ, ਤਾਂ ਫਿਰ ਉਸ ਦੀ ਕੋਈ ਗੁਣਗਾਨ ਕੋਈ ਕਵੀ ਕਿਉਂ ਕਰੂਗਾ। ਹਾਈ ਦੋ ਹਿਜ਼ ਟਾਈਟਲਸ, ਪ੍ਰਾਊਡ ਹਿਜ਼ ਨੇਮ, ਬਾਉਂਡਲੈਸ ਹਿਜ਼ ਵੈਲਥ ਐਜ਼ ਵਿਸ਼ ਕੈਨ ਕਲੇਮ। ਇੱਕ ਫਿਰ ਰਾਈਮਿੰਗ ਕਪਲੇਟ ਆਇਆ ਜੀ ਨੇਮ ਐਂਡ ਕਲੇਮ ਨਾਲ। ਹੁਣ ਉਸੇ ਇਨਸਾਨ ਦੀ ਗੱਲ ਹੋ ਰਹੀ ਹੈ ਜੋ ਕਿ ਆਪਣੀ ਮਾਤ ਭੂਮੀ ਨੂੰ ਪਿਆਰ ਨਹੀਂ ਕਰਦਾ। ਕਹਿੰਦੇ ਚਾਹੇ ਉਸ ਇਨਸਾਨ ਦਾ ਕਿੱਡਾ ਵਧੀਆ ਟਾਈਟਲ ਕਿਉਂ ਨਾ ਹੋਵੇ, ਰੁਤਬਾ ਕਿਉਂ ਨਾ ਹੋਵੇ, ਹਾਈ ਕਿੰਨਾ ਉੱਚਾ ਉਸ ਦਾ ਰੁਤਬਾ ਕਿਉਂ ਨਾ ਹੋਵੇ ਸਮਾਜ 'ਚ, ਪ੍ਰਾਊਡ ਹਿਜ਼ ਨੇਮ ਉਸ ਦਾ ਆਪਣਾ ਨਾਮ ਕਿੰਨਾ ਹੀ ਵੱਡਾ ਕਿਉਂ ਨਾ ਹੋਵੇ, ਉਸ ਦਾ ਖਾਨਦਾਨ ਦਾ ਨਾਮ ਕਿੰਨਾ ਹੀ ਵੱਡਾ ਕਿਉਂ ਨਾ ਹੋਵੇ, ਬਾਉਂਡਲੈਸ ਹਿਜ਼ ਵੈਲਥ ਉਸ ਦੀ ਧਨ, ਬਾਉਂਡਲੈਸ ਦਾ ਮਤਲਬ ਲਿਮਿਟਲੈਸ, ਜਿਸ ਦੀ ਕੋਈ ਲਿਮਿਟ ਹੀ ਨਹੀਂ, ਇੰਨਾ ਅਥਾਹ ਧਨ ਹੋਵੇ ਕਿਉਂ ਨਾ ਹੋਵੇ ਉਸ ਕੋਲ ਚਾਹੇ ਧਨ, ਐਜ਼ ਵਿਸ਼ ਕੈਨ ਕਲੇਮ ਉਹ ਕਹੀ ਜਾਵੇ ਕਿ ਮੇਰੇ ਕੋਲ ਤਾਂ ਇੰਨਾ ਧਨ ਹੈ, ਮੇਰੇ ਕੋਲ ਇੰਨਾ ਮਾਣ ਹੈ, ਮੇਰਾ ਇੰਨਾ ਸਤਿਕਾਰ ਹੈ, ਮੇਰਾ ਇੰਨਾ ਨਾਮ ਹੈ, ਜੋ ਮਰਜ਼ੀ ਕਹੀ ਜਾਵੇ ਉਹ। ਡਿਸਪਾਈਟ ਦੋਜ਼ ਟਾਈਟਲਸ, ਪਾਵਰ ਐਂਡ ਪੈਲਫ, ਦ ਰਿਚ ਕੰਸੈਂਟਰਡ ਆਲ ਇਨ ਸੈਲਫ। ਹੁਣ ਉਸੇ ਇਨਸਾਨ ਬਾਰੇ ਕਿਹਾ ਗਿਆ, ਕਹਿੰਦੇ ਚਾਹੇ ਉਸ ਕੋਲੇ ਜਿੰਨੇ ਮਰਜ਼ੀ ਰੁਤਬੇ ਹੋਣ, ਟਾਈਟਲਸ ਹੋਣ, ਉਸ ਕੋਲੇ ਜਿੰਨੀਆਂ ਮਰਜ਼ੀ ਸ਼ਕਤੀਆਂ ਹੋਣ, ਜਿੰਨਾ ਮਰਜ਼ੀ ਸ਼ਕਤੀਸ਼ਾਲੀ ਹੋਵੇ, ਅਤੇ ਜਿੰਨਾ ਮਰਜ਼ੀ ਉਸ ਕੋਲੇ ਧਨ ਹੋਵੇ। ਪੈਲਫ ਦਾ ਮਤਲਬ ਹੁੰਦਾ ਹੈ ਅਸਿੱਧੇ ਢੰਗਾਂ ਨਾਲ ਕਮਾਇਆ ਹੋਇਆ ਧਨ, ਚੰਗੇ ਢੰਗਾਂ ਨਾਲ ਨਹੀਂ, ਮਾੜੇ ਢੰਗਾਂ ਨਾਲ ਕਮਾਏ ਹੋਏ ਧਨ ਨੂੰ ਅਸੀਂ ਪੈਲਫ ਕਹਿੰਦੇ ਹਾਂ। ਉਸ ਦੇ ਬਾਵਜੂਦ, ਡਿਸਪਾਈਟ ਦਾ ਮਤਲਬ ਹੁੰਦਾ ਹੈ ਜੀ ਇੰਸਟੈਡ ਆਫ ਦਾ ਮਤਲਬ ਉਸ ਦੇ ਬਾਵਜੂਦ। ਕਿਸ ਦੇ ਬਾਵਜੂਦ? ਉਸ ਦੇ ਰੁਤਬਿਆਂ ਦੇ, ਉਸ ਦੇ ਸ਼ਕਤੀਆਂ ਦੇ ਅਤੇ ਉਸ ਦੇ ਧਨ ਦੇ ਬਾਵਜੂਦ ਉਹਦੇ ਕੋਲ ਜਿੰਨਾ ਮਰਜ਼ੀ ਹੋਵੇ। ਦ ਰਿਚ ਕੰਸੈਂਟਰਡ ਆਲ ਇਨ ਸੈਲਫ, ਉਹ ਜਿਹੜਾ ਰਿਚ ਹੈ, ਰਿਚ ਦਾ ਮਤਲਬ ਹੁੰਦਾ ਹੈ ਤੁੱਛ ਪ੍ਰਾਣੀ, ਜਿਸ ਦੀ ਸੋਚ ਬੜੀ
ਘਟੀਆ ਹੋਵੇ, ਬਹੁਤ ਹੀ ਘਟੀਆ ਦਰਜੇ ਦਾ ਇਨਸਾਨ ਹੋਵੇ, ਅਸੀਂ ਉਹਨੂੰ ਰਿਚ ਕਹਿੰਦੇ ਹਾਂ। ਕਨਸੈਂਟਰਡ ਆਲ ਇਨ ਸੈਲਫ ਦਾ ਮਤਲਬ ਸੈਲਫਿਸ਼, ਉਹ ਸੈਲਫਿਸ਼ ਇਨਸਾਨ ਹੀ ਬਣਿਆ ਰਹਿੰਦਾ ਹੈ। ਉਸ ਨੂੰ ਸਿਰਫ ਆਪਣੇ ਆਪ ਤੱਕ ਮਤਲਬ ਹੈ। ਆਲ ਇਨ ਸੈਲਫ, ਆਪਣੇ ਅੰਦਰ ਤੱਕ ਹੀ ਸੀਮਿਤ ਹੈ। ਉਸ ਨੂੰ ਆਪਣੀ ਦੇਸ਼ ਨਾਲ, ਆਪਣੀ ਮਾਂ ਭੂਮੀ ਨਾਲ, ਕਿਸੇ ਨਾਲ ਕੋਈ ਪਿਆਰ ਨਹੀਂ। ਉਹ ਇੱਕ ਬਹੁਤ ਹੀ ਤੁੱਛ ਪ੍ਰਾਣੀ ਹੁੰਦਾ, ਬਹੁਤ ਹੀ ਘਟੀਆ ਕਿਸਮ ਦਾ ਪ੍ਰਾਣੀ ਹੁੰਦਾ। ਲਾਸਟ ਦੀਆਂ 4 ਲਾਈਨਸ ਕਵੀ ਕੀ ਕਹਿੰਦਾ ਹੈ? ਕਹਿੰਦੇ ਲਿਵਿੰਗ ਸ਼ੈਲ ਫੋਰਫੀਟ ਫੇਅਰ ਰਿਨਾਊਨ ਐਂਡ ਡਬਲੀ ਡਾਇੰਗ ਸ਼ੈਲ ਗੋ ਡਾਊਨ। ਕਹਿੰਦੇ ਉਹ ਜਿਹੜਾ ਇਨਸਾਨ ਹੈ ਉਹ ਜਿੰਦਾ ਤਾਂ ਹੈ, ਲਿਵਿੰਗ ਜਿਉਂਦਾ ਤਾਂ ਹੈ, ਪਰ ਉਹ ਜਿਉਂਦੇ ਹੋਏ ਹੀ ਆਪਣਾ ਨਾਮ ਮਿੱਟੀ 'ਚ ਮਿਲਾ ਲੈਂਦਾ ਹੈ। ਫੋਰਫੀਟ ਦਾ ਮਤਲਬ ਹੁੰਦਾ ਹੈ ਲੂਜ਼ ਕਰਨਾ, ਖੋ ਦੇਣਾ। ਉਹ ਆਪਣਾ ਨਾਮ, ਉਹਨੇ ਮਾੜਾ ਮੋਟਾ ਜੋ ਵੀ ਕਮਾਇਆ ਹੁੰਦਾ ਹੈ ਉਹ ਖੋ ਦਿੰਦਾ, ਆਪਣਾ ਨਾਮ ਹੀ ਖੋ ਦਿੰਦਾ। ਰਿਨਾਊਨ ਦਾ ਮਤਲਬ ਹੁੰਦਾ ਫੇਮਸ। ਜੇ ਉਹ ਥੋੜ੍ਹਾ ਜਿਹਾ ਪ੍ਰਸਿੱਧ ਵੀ ਹੋਇਆ ਆਪਣੀ ਲਾਈਫ 'ਚ, ਉਹਨੇ ਕੋਈ ਕੰਮ ਕਰਿਆ ਵੀ ਹੈ, ਪਰ ਉਹ ਆਪਣੀ ਮਾਤ ਭੂਮੀ ਨੂੰ ਪਿਆਰ ਨਹੀਂ ਕਰਦਾ, ਆਪਣੇ ਦੇਸ਼ ਪ੍ਰਤੀ ਉਸ ਦਾ ਕੋਈ ਪਿਆਰ ਨਹੀਂ ਹੈ, ਤਾਂ ਉਹ ਜਿੰਦੇ ਜੀ ਹੀ ਉਸ ਦਾ ਨਾਮ ਖਤਮ ਹੋ ਜਾਂਦਾ। ਐਂਡ ਡਬਲੀ ਡਾਇੰਗ ਸ਼ੈਲ ਗੋ ਡਾਊਨ, ਅਤੇ ਉਹ ਜ਼ਿੰਦਗੀ 'ਚ 2 ਵਾਰੀ ਮਰਦਾ। ਡਬਲੀ ਡਾਇੰਗ ਨੂੰ ਸਮਝਣ ਦੀ ਲੋੜ ਹੈ। ਦੇਖੋ 2 ਵਾਰੀ ਮਰਦਾ। ਇੱਕ ਵਾਰੀ ਕਦੋਂ? ਦੇਖੋ ਉਹਦੀ ਆਤਮਾ ਤਾਂ ਪਹਿਲਾਂ ਹੀ ਮਰੀ ਹੋਈ ਹੈ, ਤਾਂ ਇੱਕ ਤਾਂ ਡੈਥ ਉਹ ਹੋ ਗਈ ਉਸ ਦੀ, ਉਹ ਆਤਮਾ ਤਾਂ ਉਸ ਦੀ ਪਹਿਲਾਂ ਹੀ ਮਰੀ ਹੋਈ ਹੈ। ਫਿਰ ਬਾਅਦ 'ਚ ਉਸ ਦੀ ਫਿਜ਼ੀਕਲ ਡੈਥ ਵੀ ਹੁੰਦੀ ਹੈ, ਜਦੋਂ ਬੰਦਾ ਪੂਰਾ ਹੋ ਜਾਂਦਾ ਹੈ, ਦੁਨੀਆ ਤੋਂ ਹੀ ਚਲਾ ਜਾਂਦਾ ਹੈ, ਤਾਂ ਉਸ ਦੀ 2 ਵਾਰੀ ਡੈਥ ਹੁੰਦੀ ਹੈ। ਆਤਮਾ ਉਹਦੀ ਪਹਿਲਾਂ ਹੀ ਮਰੀ ਹੁੰਦੀ ਹੈ, ਅਤੇ ਸੈਕਿੰਡ ਟਾਈਮ ਫਿਰ ਜਦੋਂ ਉਸ ਦੀ ਡੈਥ ਹੁੰਦੀ ਹੈ, ਤਾਂ ਅਜਿਹੇ ਬੰਦੇ ਦੀ, ਆਮ ਤੌਰ 'ਤੇ ਤਾਂ ਜਿਹੜਾ ਇਨਸਾਨ ਹੈ ਇੱਕ ਵਾਰੀ ਮਰਦਾ, ਲੇਕਿਨ ਇਸ ਤਰ੍ਹਾਂ ਦਾ ਬੰਦਾ, ਕਿਸ ਤਰ੍ਹਾਂ ਦਾ? ਜਿਸ ਇਨਸਾਨ ਦਾ ਆਪਣੇ ਦੇਸ਼ ਪ੍ਰਤੀ ਕੋਈ ਪਿਆਰ ਨਹੀਂ, ਆਪਣੀ ਮਾਤ ਭੂਮੀ ਨੂੰ ਪਿਆਰ ਨਹੀਂ ਕਰਦਾ, ਤਾਂ ਉਹ ਡਬਲ ਵਾਰੀ ਉਸ ਦੀ ਡੈਥ ਹੁੰਦੀ ਹੈ। ਇੱਕ ਵਾਰੀ ਉਸ ਦੀ ਆਤਮਾ ਮਰਦੀ ਹੈ, ਦੂਜੀ ਵਾਰੀ ਉਹ ਖੁਦ ਮਰਦਾ ਹੈ। ਕਿਵੇਂ ਮਰਦਾ ਹੈ? ਟੂ ਦਾ ਵਾਈਲਡ ਡਸਟ ਫਰੋਮ ਵੈਂਸ ਹੀ ਸਪਰੰਗ। ਕਹਿੰਦੇ ਉਹ ਉਸੇ ਘਟੀਆ ਮਿੱਟੀ 'ਚ ਮਲੀਨ ਹੋ ਜਾਂਦਾ ਹੈ। ਵਾਈਲ ਦਾ ਮਤਲਬ ਘਟੀਆ, ਡਸਟ ਦਾ ਮਤਲਬ ਮਿੱਟੀ ਨੂੰ ਕਿਹਾ ਜਾਂਦਾ ਹੈ। ਉਹ ਉਸੇ ਤੁੱਛ ਮਿੱਟੀ ਦੇ ਵਿੱਚ ਖਤਮ ਹੋ ਜਾਂਦਾ ਹੈ। ਫਰੋਮ ਵੈਂਸ ਹੀ ਸਪਰੰਗ, ਵੈਂਸ ਦਾ ਮਤਲਬ ਵੇਅਰ, ਜਿੱਥੋਂ ਉਹ ਪੈਦਾ ਹੋਇਆ ਸੀ। ਸਪਰੰਗ ਜਿਵੇਂ ਬੀਜ ਫੁੱਟਦਾ ਨਾ, ਉਹਨੂੰ ਆਪਾਂ ਕਹਿੰਦੇ ਹਾਂ। ਤਾਂ ਜਿਵੇਂ ਉਹ ਜਿੱਥੋਂ ਜਿਸ ਜ਼ਮੀਨ ਤੋਂ, ਘਟੀਆ ਜ਼ਮੀਨ ਤੋਂ ਪੈਦਾ ਹੋਇਆ ਸੀ, ਉੱਥੇ ਹੀ ਉਹ ਖਤਮ ਹੋ ਜਾਂਦਾ ਹੈ। ਹੁਣ ਉਸ ਜ਼ਮੀਨ ਨੂੰ ਕਿਸ ਨੂੰ ਕਿਹਾ ਗਿਆ? ਉਸ ਦੀ ਮਾਤ ਭੂਮੀ ਤਾਂ ਹੈ ਨਹੀਂ, ਤਾਂ ਜਿੱਥੇ ਆਪਣੀ ਮਾਤ ਭੂਮੀ ਨੂੰ ਛੱਡ ਕੇ ਫਿਰਦਾ ਰਿਹਾ ਦੂਜੇ ਪਾਸੇ ਹੋਰਾਂ ਦੇਸ਼ਾਂ ਦੇ ਵਿੱਚ, ਤਾਂ ਉਸ ਦੀ ਗੱਲ ਕੀਤੀ ਜਾ ਰਹੀ ਹੈ। ਯਾਨੀ ਕਿ ਉਹਦਾ ਆਪਣੇ ਦੇਸ਼ ਨਾਲ ਤਾਂ ਕੋਈ ਪਿਆਰ ਨਹੀਂ ਹੈ, ਤਾਂ ਉਹ ਉਵੇਂ ਹੀ ਖਤਮ ਹੋ ਜਾਂਦਾ ਜਿਵੇਂ ਪੈਦਾ ਹੋਇਆ ਸੀ। ਕਿਵੇਂ? ਅਤੇ ਫਿਰ ਹੁੰਦਾ ਕੀ ਹੈ? ਅਨਵੈਪਡ, ਅਨਔਨਰਡ ਐਂਡ ਅਨਸੰਕ। ਅਤੇ ਜਦੋਂ ਮਰਦਾ ਉਸ 'ਤੇ ਕੋਈ ਨਹੀਂ ਰੋਂਦਾ। ਅਨਵੈਪਡ, ਕੋਈ ਨਹੀਂ ਰੋਂਦਾ। ਅਨਔਨਰਡ, ਉਸ ਦੇ ਮਰਨ 'ਤੇ ਉਸ ਨੂੰ ਕੋਈ ਸਨਮਾਨ ਨਹੀਂ ਦਿੱਤਾ ਜਾਂਦਾ, ਉਸ ਨੂੰ ਕੋਈ ਔਨਰ ਨਹੀਂ ਦਿੱਤਾ ਜਾਂਦਾ, ਕੋਈ ਮਾਣ ਸਨਮਾਨ ਨਹੀਂ ਮਿਲਦਾ। ਐਂਡ ਅਨਸੰਗ, ਅਤੇ ਉਸ ਦੇ ਬਾਰੇ ਕੋਈ ਨਹੀਂ ਗਾਉਂਦਾ, ਉਸ ਦੇ ਬਾਰੇ ਕੋਈ ਗੱਲ ਨਹੀਂ ਕਰਦਾ, ਕੁਛ ਨਹੀਂ, ਬਸ ਠੀਕ ਹੈ, ਮਰ ਗਿਆ, ਵਧੀਆ ਹੋ ਗਿਆ, ਇਹੀ ਕਿਹਾ ਜਾਂਦਾ ਹੈ। ਅਨਸੰਗ, ਉਸ ਦੇ ਬਾਰੇ ਕੋਈ ਨਹੀਂ ਗਾਇਆ ਜਾਂਦਾ। ਤਾਂ ਇਸ ਲਾਸਟ ਸਟੈਂਜ ਦੇ ਵਿੱਚ 2 ਗੱਲਾਂ ਨੋਟ ਕਰਨ ਵਾਲੀਆਂ ਨੇ। ਇੱਕ ਤਾਂ ਡਬਲ ਡਾਇੰਗ, ਉਹ ਮੈਂ ਤੁਹਾਨੂੰ ਕਲੀਅਰ ਕਰਤੀ। ਦੂਸਰੀ ਗੱਲ ਹੋਰ ਦੇਖੋ ਬੇਟਾ, ਇਸ ਦੇ ਵਿੱਚ ਡਬਲ ਡਾਇੰਗ ਡਾਊਨ ਡਸਟ, ਇਹ ਵਰਡ ਦੇਖੋ, ਡਬਲ ਡਾਇੰਗ ਡਾਊਨ ਡਸਟ, ਡੀ ਸ਼ਬਦ ਬਾਰ-ਬਾਰ ਆ ਰਿਹਾ ਹੈ। ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਹਨਾਂ ਦੋਨਾਂ ਲਾਈਨਸ ਦੇ ਵਿੱਚ ਕਵੀ ਨੇ ਐਲੀਟ੍ਰੇਸ਼ਨ ਯੂਜ਼ ਕੀਤੀ ਹੈ। ਤਾਂ ਐਲੀਟ੍ਰੇਸ਼ਨ ਦਾ ਮਤਲਬ ਮੈਂ ਤੁਹਾਨੂੰ ਆਪਣੀਆਂ ਪਹਿਲੀਆਂ ਪੋਇਮਸ ਸਮਝਾਉਂਦੇ ਹੋਏ ਬੜਾ ਡਿਟੇਲ ਦੇ ਵਿੱਚ ਸਮਝਾਇਆ ਹੋਇਆ ਹੈ ਕਿ ਜਦੋਂ ਇੱਕੋ ਤਰ੍ਹਾਂ ਦੀ ਕੌਨਸੋਨੈਂਟ ਸਾਊਂਡ ਵਾਰ-ਵਾਰ ਆਉਂਦੀ ਹੈ ਤਾਂ ਅਸੀਂ ਉਸ ਨੂੰ ਐਲੀਟ੍ਰੇਸ਼ਨ ਕਹਿੰਦੇ ਹਾਂ। ਤਾਂ ਇੱਥੇ ਡੀ ਸ਼ਬਦ ਕਿਉਂਕਿ ਕੌਨਸੋਨੈਂਟ ਸਾਊਂਡ ਦੀ ਆਵਾਜ਼ ਹੈ, ਤਾਂ ਡਬਲ ਡਾਇੰਗ ਡਾਊਨ ਡਸਟ 'ਤੇ ਬਾਰ-ਬਾਰ ਆ ਰਹੀ ਹੈ, ਤਾਂ ਅਸੀਂ ਕਹਿ ਰਹੇ ਹਾਂ ਕਿ ਇਹਨਾਂ ਲਾਈਨ ਦੇ ਵਿੱਚ ਐਲੀਟ੍ਰੇਸ਼ਨ ਯੂਜ਼ ਹੋਈ ਹੈ। ਤਾਂ ਸਟੂਡੈਂਟਸ ਇੱਕ ਵਾਰੀ ਇਸ ਦੇ ਨੋਟਸ ਵੱਲ ਵੀ ਦੇਖਦੇ ਹਾਂ। ਤਾਂ ਬਰੀਡਸ ਵਿਦ ਸੋਲ ਸੋ ਡੈਡ, ਇਹ ਸਾਰੇ ਵਰਡਸ ਦੇ ਮੀਨਿੰਗ ਮੈਂ ਤੁਹਾਨੂੰ ਪੋਇਮ ਦੇ ਵਿੱਚ ਬੜੇ ਚੰਗੀ ਤਰ੍ਹਾਂ ਐਕਸਪਲੇਨ ਕੀਤੇ ਨੇ, ਪੰਜਾਬੀ ਦੇ ਵਿੱਚ ਦੱਸੇ ਨੇ ਅਤੇ ਇੰਗਲਿਸ਼ ਦੇ ਵਿੱਚ ਨਾਲ ਲਿਖੇ ਹੋਏ ਆ। ਤਾਂ ਤੁਸੀਂ ਆਪਣੀਆਂ ਫੇਅਰ ਨੋਟਬੁੱਕਸ 'ਤੇ ਸਾਰੀ ਗਲੋਸਰੀ ਤੁਸੀਂ ਨੋਟ ਕਰ ਲੈਣੀ ਹੈ, ਕੋਈ ਵਰਡ ਨਹੀਂ ਤੁਸੀਂ ਮਿਸ ਕਰਨਾ, ਤਾਂ ਕਿ ਤੁਹਾਡੀ ਵੋਕੈਬਲਰੀ ਬਹੁਤ ਅੱਛੀ ਹੋ ਜਾਵੇ। ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ। ਤਾਂ ਕੋਈ 20-25 ਵਰਡਸ ਹੈ ਜੋ ਇਸ ਦੇ ਵਿੱਚ ਆਏ ਨੇ, ਤਾਂ ਇਹ ਸਾਰੇ ਆਪਾਂ ਬਹੁਤ ਹੀ ਡਿਟੇਲ ਦੇ ਵਿੱਚ ਕੀਤੇ हैं ਪੋਇਮ ਦੀ ਐਕਸਪਲੇਨੇਸ਼ਨ ਕਰਦੇ ਹੋਏ। ਇਸ ਤੋਂ ਬਾਅਦ ਇਸ ਦੇ ਕੁਝ ਕੁਐਸਚਨਸ ਹੈ, ਇਹ ਆਪਾਂ ਨੈਕਸਟ ਲੈਕਚਰ ਦੇ ਵਿੱਚ ਆਪਣੇ ਕਵਰ ਕਰਾਂਗੇ। ਅੱਜ ਆਪਾਂ ਇਹ ਸਾਰੀ ਪੋਇਮ ਕਵਰ ਕੀਤੀ ਹੈ। ਉਮੀਦ ਹੈ ਕਿ ਤੁਹਾਨੂੰ ਇਹ ਸਾਰੀ ਪੋਇਮ ਸਮਝ ਆ ਗਈ ਹੋਏਗੀ। ਫਿਰ ਵੀ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਡਾਊਟ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਪੁੱਛ ਸਕਦੇ ਹੋ, ਮੈਂ ਡੈਫੀਨੇਟਲੀ ਉਸ ਦਾ ਆਨਸਰ ਜ਼ਰੂਰ ਦੇਵਾਂਗਾ। ਓਕੇ ਜੀ, ਧੰਨਵਾਦ।